ਨੇ ਫਿਰ ਮੈਨੂੰ ਮਾਰਨਾ ਸ਼ੁਰੂ ਕਰਤਾ। ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਕੋਈ ਉਹਨੇ ਇੱਕ ਥੱਪੜ ਤੇ ਮਾਰਿਆ ਨਹੀਂ ਸੀ, ਵਾਲ ਫੜ ਕੇ ਖਲੋਤਾ ਰਿਹਾ। ਇੱਥੇ ਤੱਕ ਧਮਕੀਆਂ ਆ ਰਹੀਆਂ ਕਿ ਇਹਦੇ ਖਿਲਾਫ FIR ਕਰਾਓ, ਇਹਨੂੰ ਜਿਹੜਾ ਅਸੀਂ ਚੁਕਾਣਾ ਹੈ, ਇਹਦੇ ਲੱਤਾਂ ਤੇ ਫੈਰ ਮਾਰਨੇ ਆ। ਚੰਦ ਪੈਸਿਆਂ ਦੀ ਖਾਤਰ ਇੱਕ ਖਾਤੂਨ ਨੂੰ ਮਾਰਿਆ ਕੁੱਟਿਆ ਗਿਆ ਔਰ ਇਹਦੀ ਅਸਲ ਕਹਾਣੀ ਕੀ ਹੈ। ਮੈਂ ਮੌਜ਼ਮ ਜੱਟ, ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਕਹਾਣੀ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ, ਉਹਦੇ ਵਿੱਚ ਇੱਕ ਬੰਦਾ ਆਂਦਾ ਹੈ ਔਰ ਖਾਤੂਨ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਮੈਂ ਉਸ ਕੈਫੇ ਤੇ ਮੌਜੂਦ ਹਾਂ ਔਰ ਸਾਰੀ ਕਹਾਣੀ ਅਸੀਂ ਉਸ ਲੜਕੀ ਕੋ ਪੁੱਛਾਂਗੇ, ਮਰੀਮ ਕੋਲੋਂ, ਕਿਸ ਤਰ੍ਹਾਂ ਇਹ ਸਾਰੀ ਕਹਾਣੀ ਹੁੰਦੀ ਹੈ। ਔਰ ਸਾਰਾ ਮੈਂ ਤੁਹਾਨੂੰ ਦੱਸਦਾ ਜਾਵਾਂ, ਇਹ ਕੈਫੇ ਹੈ ਜਿੱਥੇ ਜਨਾਬ ਉਹ ਲੜਕੀ ਬਹਿ ਕੇ ਆਪਣਾ ਕੰਮ ਕਰ ਰਹੀ ਹੁੰਦੀ ਹੈ, ਆਪਣਾ ਕੈਫੇ ਚਲਾ ਰਹੀ ਹੁੰਦੀ ਆ। ਇਹ ਜਨਾਬ ਉਹਦਾ ਪਿੱਛੋਂ ਰਾਸਤਾ ਜਾਂਦਾ ਵਾ। ਰਾਸਤਾ ਜਾਣ ਤੋਂ ਬਾਅਦ ਤੁਸੀਂ ਇੱਥੇ ਪਹੁੰਚਦੇ ਅਸੀਂ, ਤੇ ਇਹ ਉਹ ਕੈਫੇ, ਇਹ ਉਹ ਜਗ੍ਹਾ ਵਾ ਜਿੱਥੇ ਜਨਾਬ ਉਹ ਬੈਠੀ, ਮਰੀਮ ਬੈਠੀ ਹੋਈ ਸੀ ਲੜਕੀ। ਮਰੀਮ ਸਾਡੇ ਨਾਲ ਮੌਜੂਦ ਆ। ਹੁਣ ਮਰੀਮ ਤੋਂ ਸਾਰੀ ਕਹਾਣੀ ਸ਼ੁਰੂ ਕਰਦੇ ਆ ਕਿ ਕਿਸ ਤਰ੍ਹਾਂ ਸਾਰੀ ਕਹਾਣੀ ਹੁੰਦੀ ਆ। ਜੀ ਮਰੀਮ, ਦੱਸਿਓ ਕਿ ਕਿਸ ਤਰ੍ਹਾਂ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੀਡੀਓ, ਕਿਸ ਤਰ੍ਹਾਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ। ਤੁਸੀਂ ਦੇਖਿਆ, ਮੈਂ ਕੁਰਸੀ ਤੇ ਬੈਠੀ ਹੋਈ ਸੀ, ਕੰਮ ਕਰ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਆ ਜਿਹੜਾ ਇਸ ਨਜ਼ਰੀਏ ਤੋਂ ਆਇਆ ਹੋਇਆ। ਹਾਲਾਂਕਿ ਮੇਰਾ ਇਹਦੇ ਨਾਲ ਜਿਹੜਾ ਵੀ ਕੋਈ ਲੈਣ ਦੇਣ ਸੀ, ਉਹ ਇੱਕ ਰਾਤ ਪਹਿਲੇ ਮੁੱਕਾ ਹੋ ਚੁੱਕਿਆ ਹੋਇਆ ਸੀ। ਅਸੀਂ ਪੈਸੇ ਦੇਣ ਨੂੰ ਵੀ ਤਿਆਰ ਸੀ। ਅਸੀਂ ਜਿਹੜਾ ਕਹਿ ਰਿਹਾ ਬਾਰ-ਬਾਰ ਕਿ ਮੈਂ ਪੈਸੇ ਲਾਏ ਆ ਤੇ ਮੇਰੇ ਲਾਏ ਹੋਏ ਪੈਸਿਆਂ ਤੇ ਕੰਮ ਕਰ ਰਹੇ ਨੇ। ਅਸੀਂ ਸਾਰੀ ਗੱਲ ਤੈਅ ਕਰ ਲਈ ਹੋਈ ਸੀ। ਮੇਰੀ ਕੋਈ ਲਿਖਤ ਪੜਤ ਨਹੀਂ ਹੋਈ ਇਹਦੇ ਨਾਲ, ਨਾ ਹੀ ਮੇਰਾ ਕੋਈ ਉਹਦੇ ਨਾਲ ਕੋਈ ਇਹੋ ਜਿਹਾ ਲੈਣ ਦੇਣ ਸੀ ਕਿ ਅਸੀਂ ਵਾਪਸ ਨਹੀਂ ਕਰ ਸਕਦੇ ਸੀ। ਅਸੀਂ ਉਹਨੂੰ ਇਸਤੇਮਾਲ ਕਰਕੇ ਤੇ ਉਹਨੂੰ ਅੱਗੇ ਤਹਿਰੀਰ ਨਹੀਂ ਦਿਖਾ ਸਕਦੇ ਸੀ, ਜਾਂ ਕੋਈ ਉਹ ਨਹੀਂ ਦਿਖਾ ਸਕਦੇ ਸੀ ਕਿ ਕਿੱਥੇ ਲਾਇਆ ਸੀ, ਜਾਂ ਜਿਹੜੇ ਵੀ ਲੈਜਰ ਵਗੈਰਾ ਸੀ, ਸਾਰਾ ਕੁਝ ਟਰਾਂਸਪੇਰੈਂਟ ਚੱਲ ਰਿਹਾ ਸੀ। ਅਸੀਂ ਉਹਨੂੰ ਲੈਜਰ ਵੀ ਦਿਖਾਏ ਨੇ, ਅਸੀਂ ਉਹਨੂੰ ਸਾਰੇ ਬਿੱਲ ਵੀ ਉਹਦੇ ਕੋਲ ਨੇ। ਉਹਨੇ 2-3 ਵਾਰੀ ਉਹਦਾ ਆਡਿਟ ਵੀ ਕਰਵਾਇਆ। ਸਾਰਾ ਕੁਝ ਸਮੂਥਲੀ ਚੱਲ ਰਿਹਾ ਸੀ। ਲੇਕਿਨ ਉਹੀ ਗੱਲ ਕਿ ਜਦੋਂ ਇੱਕ ਕੁੜੀ ਜਾਂ ਇੱਕ ਔਰਤ ਮਾਸ਼ਰੇ 'ਚ ਕੰਮ ਕਰਨ ਲਈ ਨਿਕਲਦੀ, ਉਹ ਬੜਾ ਕੁਝ ਫੇਸ ਕਰਕੇ ਨਿਕਲਦੀ ਹੈ, ਤੇ ਉਹ ਨਾਲ ਫੇਸ ਵੀ ਕਰੀ ਹੁੰਦੀ। ਉਹ ਅਲੱਗ ਗੱਲ ਹੈ, ਕਦੀ ਦੱਸ ਦਿੰਦੀ ਹੈ, ਕਦੀ ਨਹੀਂ ਦੱਸਦੀ। ਉਹੀ ਹਾਲ ਇੱਥੇ ਸੀ। ਮੈਂ ਪਹਿਲੇ ਚੀਜ਼ਾਂ ਦੇਖ ਰਹੀ ਸੀ, ਜਿਹੜੇ ਟੌਰਚਰ ਹੋ ਰਹੇ ਸੀ, ਜਿਹੜੀ ਧਮਕੀਆਂ ਮੈਨੂੰ ਆ ਰਹੀਆਂ ਸੀ ਕਿ ਤੂੰ ਕੈਫੇ 'ਚੋਂ ਨਿਕਲ ਜਾ, ਅਸੀਂ ਤੈਨੂੰ ਪੈਸੇ ਵੀ ਨਹੀਂ ਦੇਣੇ, ਨਾ ਤੇਰਾ ਸ਼ੇਅਰ ਦੇਣਾ, ਨਾ ਤੂੰ ਜਿਹੜਾ ਦਿਨ ਰਾਤ ਲਾਇਆ ਉਹ ਤੇਰੇ ਤੇ ਦੇਣਾ। ਮੈਂ ਇਸ ਗੱਲ ਤੇ ਸੀ ਕਿ ਮੈਂ ਅਗਰ ਦਿਨ ਰਾਤ ਇੱਥੇ ਲਾਇਆ ਹੈ ਤੇ ਮੇਰਾ ਹੱਕ ਵੀ ਹੈ, ਤੇ ਜਦੋਂ ਮੈਂ ਇੰਨਾ ਟਾਈਮ ਇੱਥੇ ਦਿੱਤਾ ਹੈ, ਮੈਂ ਇਸ ਜਗ੍ਹਾ ਨੂੰ ਕਿਵੇਂ ਛੱਡ ਸਕਦੀ ਹਾਂ। ਬਿਲਕੁਲ। ਤੇ ਜਦੋਂ ਮੈਂ ਬੈਠੀ ਹੋਈ ਹਾਂ ਇੱਥੇ, ਇੱਕ ਦਿਨ ਰਾਤ ਪਹਿਲੇ ਸਾਰਾ ਅਸੀਂ ਮੁਕਾ ਕਰ ਲਿਆ ਹੋਇਆ ਸੀ ਕਿ ਪੈਸੇ ਅਸੀਂ ਜਿਹੜੇ ਇਹਨੇ ਦਿੱਤੇ ਹੋਏ ਨੇ, ਜਿੰਨੇ ਵੀ ਨੇ, ਉਹ ਅਸੀਂ ਇਹਨੂੰ ਦੇ ਦਾਂਗੇ ਵਾਪਸ। ਤੇ ਜਿਹੜਾ 1 ਮਹੀਨੇ ਦਾ ਪ੍ਰੋਫਿਟ ਹੈ 9 ਜਨਵਰੀ ਤੋਂ ਲੈ ਕੇ 20 ਫਰਵਰੀ, ਕਿਉਂਕਿ 20 ਫਰਵਰੀ ਦੀ ਗੱਲ ਸੀ, ਤੇ ਉਦੋਂ ਜਿਹੜਾ ਪ੍ਰੋਫਿਟ ਹੈ ਉਹ ਵੀ ਅਸੀਂ ਇਹਨੂੰ ਦੇ ਦਾਂਗੇ। ਗੱਲ ਸਾਰੀ ਤੈਅ ਕਰਕੇ ਫਿਰ ਇੱਥੋਂ ਗਿਆ। ਤੇ ਜਦੋਂ ਵਾਪਸ ਆਇਆ ਅਗਲੇ ਦਿਨ, ਤੇ ਜਦੋਂ ਇੱਥੇ ਆ ਕੇ ਮੈਂ ਬੈਠੀ ਹਾਂ, ਮੈਂ ਦੇਖਿਆ ਕਿ ਬੰਦੇ ਇਕੱਲਾ ਤੇ ਨਹੀਂ ਸੀ, ਹੈ 16 ਬੰਦੇ ਸੀ ਇਹਦੇ ਨਾਲ। ਠੀਕ ਹੈ। ਜਿਹੜੇ ਵਾਰੀ ਉੱਤੇ ਆ ਰਹੇ ਤੇ ਕਬਜ਼ੇ ਦੀ ਤਰ੍ਹਾਂ, ਕਬਜ਼ਾ ਮਾਫੀਆ ਦੀ ਸ਼ਕਲ ਤੇ ਬੈਠੇ ਹੋਏ ਸੀ, ਤੇ ਪਿਸਟਲ ਆਏ ਹੋਏ ਸੀ। ਉਹਨਾਂ ਨੇ ਬਾਹਰ ਬੈਠੇ ਹੋਏ ਸੀ। ਅੰਦਰ ਆਇਆ, ਮੈਨੂੰ ਕੁਰਸੀ ਤੋਂ ਖਿੱਚ ਕੇ ਮੈਨੂੰ ਕਹਿੰਦਾ ਨਿਕਲ ਜਾ ਤੂੰ, ਜੋ ਤੂੰ ਕਰਨਾ ਸੀ ਕਰ ਲਿਆ, ਹੁਣ ਅਸੀਂ ਕਰਕੇ ਤੈਨੂੰ ਦਿਖਾਵਾਂਗੇ। ਗੱਲਬਾਤ ਹੁੰਦੀ ਮੈਨੂੰ ਕੁਰਸੀ 'ਚੋਂ ਖਿੱਚ ਕੇ ਦੀਵਾਰ 'ਚ ਮਾਰਤਾ। ਜਦੋਂ ਦੀਵਾਰ 'ਚ ਮਾਰਿਆ ਤੇ ਮੈਨੂੰ ਆਹੀ ਗੱਲ ਕੀਤੀ, ਮੈਂ ਕਿਹਾ ਰਾਤ ਨੂੰ ਅਸੀਂ ਜੋ ਤੈਅ ਕਰ ਲਿਆ ਸੀ, ਸਾਰਾ ਕੁਝ ਹੋ ਗਿਆ, ਹੁਣ ਫਿਰ ਕਿਹੜੀ ਆਖਰ ਆਈ ਕਿ ਤੂੰ ਇੰਨੇ ਬੰਦੇ ਵੀ ਲੈ ਕੇ ਆਇਆ ਤੇ ਇੰਜ ਦੀ ਹਰਕਤਾਂ ਵੀ ਕਰ ਰਿਹਾ। ਤੇ ਜਦੋਂ ਆ ਸ਼ੁਰੂ ਹੋਇਆ, ਲੋਕੀ ਆ ਕਹਿ ਰਹੇ ਨੇ ਕਿ ਮੈਂ ਥੱਪੜ ਮਾਰਿਆ, ਲੇਕਿਨ ਉਹਨਾਂ ਨੇ ਆ ਨਹੀਂ ਦੇਖਿਆ ਕਿ ਮੈਂ ਕਿਹੜੀ ਗੱਲ ਤੋਂ ਮਾਰਿਆ। ਉਹ ਕਿਹੜੀ ਗੱਲ ਸੀ ਜਿਹੜੀ ਮਤਲਬ ਤੁਹਾਨੂੰ ਇੰਨਾ ਗੁੱਸਾ ਆ ਗਿਆ ਕਿ ਤੁਸੀਂ ਉਹ ਥੱਪੜ ਮਾਰ ਕੱਢਿਆ? ਅਗਰ ਮੇਰੀ ਜਗ੍ਹਾ ਤੁਸੀਂ ਹੁੰਦੇ ਨਾ, ਸ਼ਾਇਦ ਮੈਂ ਇੱਕ ਮਾਰਿਆ, ਤੁਸੀਂ 10 ਮਾਰਦੇ। ਜਿੰਨੀਆਂ ਗੰਦੀਆਂ ਉਹਨੇ ਗਾਲਾਂ ਕੱਢੀਆਂ ਉਹਨੇ ਮੈਨੂੰ ਬਕਾਇਦਾ ਕਿਹਾ, ਤੈਨੂੰ ਅਸੀਂ ਬਾਹਰ ਦੇਖ ਲਾਂਗੇ, ਤੂੰ ਕਿੰਨੇ ਜੋਗੀ ਹੈ, ਕੀ ਕਰ ਲੈਂਗੇ, ਅਸੀਂ ਤੈਨੂੰ ਆ ਲੈ ਕੇ ਵੀ ਦਿਖਾਵਾਂਗੇ ਤੇ ਇੱਥੇ ਬਹਿ ਕੇ ਵੀ ਦਿਖਾਵਾਂਗੇ। ਤੇ ਹੁਣ ਮੈਂ ਉਹ ਕੁੱਟ ਤੇ ਬਰਦਾਸ਼ਤ ਕਰ ਲਈ ਸੀ ਜਿਹੜੀ ਉਹਨੇ ਮੈਨੂੰ ਕੁਰਸੀ ਮਾਰੀ। ਨਹੀਂ, ਅੱਛਾ, ਜਦੋਂ ਤੁਸੀਂ ਉਹਨੂੰ ਗਾਲ ਕੱਢੀ, ਉਸ ਤੋਂ ਬਾਅਦ ਤੁਸੀਂ ਥੱਪੜ ਮਾਰਿਆ, ਉਸ ਤੋਂ ਬਾਅਦ ਫਿਰ ਕੀ ਹੋਇਆ? ਉਹਨੇ ਫਿਰ ਮੈਨੂੰ ਮਾਰਨਾ ਸ਼ੁਰੂ ਕਰਤਾ। ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਕੋਈ ਉਹਨੇ ਇੱਕ ਥੱਪੜ ਤੇ ਮਾਰਿਆ ਨਹੀਂ ਸੀ, ਵਾਲ ਫੜ ਕੇ ਖਲੋਤਾ ਰਿਹਾ। ਤੇ ਮੈਂ ਉਹ ਵੀ ਚੀਜ਼ਾਂ ਬਰਦਾਸ਼ਤ ਕੀਤੀਆਂ, ਲੇਕਿਨ ਸਿਰਫ ਮੈਂ ਬਰਦਾਸ਼ਤ ਇਸ ਕਰਕੇ ਕਰ ਰਹੀ ਸੀ ਕਿਉਂਕਿ ਉਹਦੇ ਬੰਦੇ ਵੀ ਇੰਨੇ ਬਾਹਰ ਬੈਠੇ ਹੋਏ ਸੀ, ਤੇ ਨਾਲ ਪਿਸਟਲ ਲੱਗੇ ਹੋਏ। ਮੈਂ ਸਿਰਫ ਇਕੱਲੀ ਨੇ ਨਹੀਂ, ਮੇਰੇ ਬਾਕੀ ਸਟਾਫ ਨੇ ਦੇਖਿਆ ਕਿ ਪਿਸਟਲ ਉਹਦੇ ਨਾਲ ਲੱਗੇ ਹੋਏ ਨੇ ਤੇ ਕਿਵੇਂ ਬੈਠਾ ਹੋਇਆ। ਤੇ ਜਦੋਂ ਮੈਂ 15 ਤੇ ਕਾਲ ਕੀਤੀ ਹੈ, ਤੇ ਉਦੋਂ ਜਦੋਂ ਮੈਂ 15 ਤੇ ਕਾਲ ਕਰਤੀ ਹੈ, ਤਾਂ ਵੀ ਉਹ ਇੱਥੇ ਹੀ ਬੈਠਾ ਰਿਹਾ। ਠੀਕ ਹੈ।
ਮਤਲਬ ਕਿ ਤੁਸੀਂ ਕੀ ਸਮਝਦੇ ਪੁਲਿਸ ਦੇ ਨਾਲ ਮਿਲ ਮਿਲਾਪ ਕਰਕੇ ਆਇਆ ਸੀ? ਕਿਉਂਕਿ ਜਦੋਂ ਕਬਜ਼ਾ ਜਿੱਦਾਂ 15-16 ਬੰਦੇ ਨਾਲ ਲੈ ਕੇ ਆਇਆ ਸੀ, ਮੀਆਂ ਮੁਦੱਸਰ ਜਿਹੜਾ ਨਾਮ ਬੰਦਾ ਹੈ 15-16 ਬੰਦੇ ਲੈ ਕੇ ਅਸਲਾ ਨਾਲ ਲੈ ਕੇ ਆਇਆ, ਮਤਲਬ ਅਸਲਾ ਲਹਿਰਾਂਦਾ ਇੱਥੇ ਆਇਆ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਪਿਆ? ਉਹਨੂੰ ਡਰ ਹੁੰਦਾ ਤੇ ਮੈਂ ਜਦੋਂ 15 ਤੇ ਕਾਲ ਕਰਤੀ ਸੀ ਉਹ ਇੱਥੋਂ ਜਾ ਨਹੀਂ ਸੀ ਸਕਦਾ। ਬਿਲਕੁਲ ਇੱਥੇ ਹੀ ਬੈਠਾ ਰਿਹਾ, ਪੁਲਿਸ ਇੱਥੋਂ ਹੀ ਉਹਨੂੰ ਲੈ ਕੇ ਗਈ ਹੈ। ਪੁਲਿਸ ਉਦੋਂ ਆ ਕੇ ਉਹਨੂੰ ਫੜ ਕੇ ਲੈ ਗਈ ਸੀ, ਠੀਕ ਹੈ। ਉਸ ਤੋਂ ਬਾਅਦ ਫਿਰ ਕਿੱਥੇ ਤੱਕ ਗੱਲ ਮੁੱਕੀ? ਹੁਣ ਤੁਸੀਂ ਕੀ ਚਾਹੁੰਦੇ? ਉਹਨੂੰ ਸਿਰਫ ਇੱਕ ਗੱਲ ਦੱਸ ਦਿਓ, ਕੀ ਗੱਲ ਇੱਕ ਕੁੜੀ ਹੋ ਕੇ ਜਾਂ ਇੱਕ ਔਰਤ ਹੋ ਕੇ ਉਹਨੂੰ ਇੰਨਾ ਵੀ ਹੱਕ ਨਹੀਂ ਕਿ ਅਗਰ ਇੱਕ ਬੰਦਾ ਉਹਨੂੰ ਮਾਰ ਰਿਹਾ ਹੈ ਜਾਂ ਉਹਨੂੰ ਗਾਲਾਂ ਕੱਢ ਰਿਹਾ ਹੈ, ਉਹ ਆਪਣੀ ਹਿਫਾਜ਼ਤ ਵਾਸਤੇ ਇੱਕ ਥੱਪੜ ਹੀ ਮਾਰ ਲੇ? ਬਿਲਕੁਲ। ਮੈਂ ਦੇਖ ਰਹੀ ਸੀ ਵੀਡੀਓ ਦੇ ਥੱਲੇ ਕਮੈਂਟ, ਮੈਨੂੰ ਆ ਵੀ ਪਤਾ ਹੈ ਕਿ ਉਹਦੇ ਆਪਣੇ ਹੀ ਬੰਦੇ ਲੱਗੇ ਹੋਏ ਨੇ, ਫੇਕ ਆਈਡੀਜ਼ ਬਣਾ ਕੇ ਕਮੈਂਟ ਕਰ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਕਿ ਇਹਦੇ ਖਿਲਾਫ ਵੀਡੀਓਜ਼ ਬਣਾਓ, ਇਹਦੇ ਮੈਨੂੰ ਇੱਥੇ ਤੱਕ ਧਮਕੀਆਂ ਆ ਰਹੀਆਂ ਕਿ ਇਹਦੇ ਖਿਲਾਫ FIR ਕਰਾਓ, ਇਹਨੂੰ ਜਿਹੜਾ ਅਸੀਂ ਚੁਕਾਣਾ ਹੈ, ਇਹਦੇ ਲੱਤਾਂ ਤੇ ਫੈਰ ਮਾਰਨੇ ਆ। ਮੈਂ ਇੰਨੀਆਂ ਹਜੇ ਤੱਕ ਆ ਚੀਜ਼ਾਂ ਸੁਣ ਰਹੀ ਹਾਂ ਤੇ ਕੀ ਗੱਲ ਉਹ ਮੇਰਾ ਇੱਕ ਥੱਪੜ ਲੋਕਾਂ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਆ ਨਜ਼ਰ ਨਹੀਂ ਆ ਰਿਹਾ ਕਿ ਮੈਂ ਆਪਣੇ ਤਹੱਫੁਜ਼ ਵਾਸਤੇ ਮਾਰਿਆ ਸੀ? ਬਿਲਕੁਲ ਤਹੱਫੁਜ਼ ਵਾਸਤੇ। ਹੁਣ ਤੁਸੀਂ ਕੀ ਅਪੀਲ ਕਰਦੇ ਜੇ ਕਿ ਇਹਦਾ ਇਨਸਾਫ ਤੁਹਾਨੂੰ ਚਾਹੀਦਾ, ਤੁਸੀਂ ਕੀ ਚਾਹੁੰਦੇ ਹੋ? ਮੈਂ ਆਵਾਮ ਨੂੰ ਵੀ ਆਹੀ ਗੱਲ ਕਵਾਂਗੀ, ਮੈਂ CPO RPO ਸਾਹਿਬ ਨੂੰ ਵੀ ਆਹੀ ਗੱਲ ਕਵਾਂਗੀ, ਮੈਂ CM ਪੰਜਾਬ ਸਾਹਿਬਾਂ ਨੂੰ ਵੀ ਆਹੀ ਗੱਲ ਕਰਾਂਗੀ ਕਿ ਅਗਰ ਇਹੋ ਜਿਹੇ ਦਰਿੰਦੇ ਜਿਹੜੇ ਨੇ ਸਾਡੇ ਮਾਸ਼ਰੇ 'ਚ ਰਹਿਣਗੇ ਤੇ ਮੈਨੂੰ ਸਿਰਫ ਆਹ ਗੱਲ ਦੱਸ ਦਿਓ ਕਿ ਇੱਕ ਔਰਤ ਹੋ ਕੇ ਕਿਵੇਂ ਕਮਾ ਸਕਦੀ ਹੈ, ਕਿਵੇਂ ਜੇ ਦੁਨੀਆ ਜੇ ਇਸ ਮਾਸ਼ਰੇ 'ਚ ਰਹਿ ਸਕਦੀ ਹੈ। ਮੈਨੂੰ ਸਿਰਫ ਇਸ ਗੱਲ ਦਾ ਇੱਕ ਜਵਾਬ ਦੇ ਦਿਓ। ਮੈਂ ਸਾਰੀਆਂ ਗੱਲਾਂ ਇੱਕ ਸਾਈਡ ਤੇ ਰੱਖ ਦੇਣੀਆਂ। ਮੈਂ ਕੱਲ ਵੀ ਵੀਡੀਓ ਲਾਈ ਕਿ ਮੈਨੂੰ ਆਪਣੀ ਤਹੱਫੁਜ਼ ਵਾਸਤੇ ਹਕੂਮਤ ਤੋਂ ਜਿਹੜਾ ਹੈ ਸਿਕਿਉਰਿਟੀ ਚਾਹੀਦੀ ਹੈ। ਮੇਰੇ ਤੱਕ ਹਜੇ ਤੱਕ ਕਿਸੇ ਬੰਦੇ ਨੇ ਅਪਰੋਚ ਨਹੀਂ ਕੀਤੀ। ਮੇਰੇ ਕੋਲ ਮੀਡੀਆ ਜ਼ਰੂਰ ਆਇਆ, ਤੁਸੀਂ ਵੀ ਮੇਰੇ ਕੋਲ ਵੀਡੀਓ ਦੇਖ ਕੇ ਹੀ ਆਇਓ, ਮੈਂ ਤੇ ਤੁਹਾਨੂੰ ਨਹੀਂ ਬੁਲਾਇਆ। ਤੇ ਮੇਰੇ ਕੋਲ ਹਕੂਮਤ ਦਾ ਕੋਈ ਬੰਦਾ ਕਿਉਂ ਨਹੀਂ ਆਇਆ? ਉਹਨੇ ਕਿਉਂ ਨਹੀਂ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਤਹੱਫੁਜ਼ ਦੇਣੇ ਆ, ਤੁਹਾਨੂੰ ਸਿਕਿਉਰਿਟੀ ਅਸੀਂ ਦੇਣੇ ਆ? ਬਿਲਕੁਲ ਬਿਲਕੁਲ। ਇਸ ਤਰ੍ਹਾਂ ਦੇ ਮਾਮਲੇ ਤੁਹਾਡੇ ਪਹਿਲੇ ਵੀ ਉਹਦੇ ਨਾਲ ਚੱਲਦੇ ਰਹਿੰਦੇ ਸੀ ਕਿ ਸਾਰੀ ਇਹ ਗੱਲਬਾਤ ਪਹਿਲੇ ਵੀ ਕਦੀ ਮਾਰਨ ਤੇ ਗੱਲ ਪਹੁੰਚੀ ਆ ਕਿ ਪਹਿਲੇ ਵੀ ਉਹਨੇ ਤੁਹਾਨੂੰ ਕੋਈ ਥ੍ਰੈਟ ਕੀਤਾ ਹੋਵੇ? 1-2 ਹਫ਼ਤੇ ਪਹਿਲੇ ਤੋਂ ਆ ਗੱਲਾਂ ਚੱਲ ਰਹੀਆਂ ਸੀ, ਮੈਨੂੰ ਬਾਰ-ਬਾਰ ਕਹਿ ਰਹੇ ਸੀ ਤੂੰ ਨਿਕਲ ਇੱਧਰੋਂ, ਅਸੀਂ ਆ ਰੱਖਣਾ ਹੈ, ਅਸੀਂ ਲੋਕਾਂ ਨੂੰ ਆਪ ਹੀ ਦੇਖ ਲਾਂਗੇ, ਜਿਹੜਾ ਸਾਡੇ ਵਿੱਚ ਆਏਗਾ, ਜਿਹਨੇ ਸਾਡੇ ਨਾਲ ਪੰਗਾ ਲਿਆ ਉਹ ਫਿਰ ਵੈਰ ਕੇ ਵੀ ਦੇਖ ਲਾਂਗੇ। ਤੇ ਜਦੋਂ ਮੈਂ ਆ ਸਾਰੀਆਂ ਚੀਜ਼ਾਂ ਦੇਖ ਰਹੀ ਸੀ, ਮੈਂ ਤਾਂ ਹੀ ਆਪਣੇ ਜਿਹੜੇ ਵੱਡੇ ਬੰਦੇ ਨੇ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਕਿ ਮੈਨੂੰ ਆਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ, ਇਹਨਾਂ ਨੂੰ ਸੌਰਟ ਆਊਟ ਕਰੋ। ਮੈਂ ਕਾਰੋਬਾਰ ਕਰਨਾ ਹੈ, ਮੈਂ ਕਮਾਣਾ ਹੈ, ਮੈਂ ਕਮਾਉਣ ਵਾਸਤੇ ਮੇਰੀ ਮਿਹਨਤ ਕਰ ਰਹੀ ਹਾਂ। ਦਿਨ ਰਾਤ ਅਗਰ ਲਾਇਆ ਹੋਇਆ ਤੇ ਮੈਂ ਲੜਾਈ ਝਗੜਿਆਂ ਵਾਸਤੇ ਜਾਂ ਧਮਕੀਆਂ ਸੁਣਨ ਵਾਸਤੇ ਨਹੀਂ ਲਾਇਆ ਹੋਇਆ। ਬਿਲਕੁਲ, ਬਹੁਤ ਸ਼ੁਕਰੀਆ ਜਨਾਬ। ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਬੰਦਾ ਇੱਕ ਖਾਤੂਨ ਨੂੰ ਆ ਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਇੱਥੇ ਗੱਲ ਕਰਦੇ ਹਾਂ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਦੀ, ਜਿਨ੍ਹਾਂ ਨੇ ਜਨਾਬ ਖਵਾਤੀਨ ਦੇ ਹਵਾਲੇ ਜ਼ੀਰੋ ਟੋਲਰੈਂਸ ਕਿਹਾ ਕਿ ਅਗਰ ਕਿਸੇ ਖਵਾਤੀਨ ਨੂੰ ਕੋਈ ਵੀ ਬੰਦਾ ਮਾਰਦਾ ਹੈ, ਤਸ਼ੱਦੁਦ ਕਰਦਾ, ਕੋਈ ਵੀ ਟੌਰਚਰ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਹੁੰਦੀ ਹੈ ਤੇ ਉਹਦੇ ਵਾਸਤੇ ਕੜਾ ਐਕਸ਼ਨ ਹੋਏਗਾ। ਅਸੀਂ ਇਹ ਵੇਖਦੇ ਹਾਂ ਕਿ ਹਾਲੇ ਤੱਕ ਇਸ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ, ਸਿਰਫ ਇੱਕ ਫਰਜ਼ੀ FIR ਦਰਜ ਹੋਈ, ਅਗਲੇ ਦਿਨ ਉਹਦੀ ਜ਼ਮਾਨਤ ਹੋ ਗਈ। ਜ਼ਮਾਨਤ ਤੋਂ ਬਾਅਦ ਜਨਾਬ ਬੰਦਾ ਯਾਸ਼ੀ ਕਰ ਰਿਹਾ ਵਾ। ਹੁਣ ਵੀ ਮਰੀਮ ਦਾ ਕਹਿਣਾ ਕਿ ਮੈਨੂੰ ਹੁਣ ਵੀ ਧਮਕੀਆਂ ਦਿੰਦਾ ਪਿਆ ਕਿ ਮੈਂ ਤੈਨੂੰ ਵੇਖ ਲਵਾਂਗਾ, ਤੂੰ ਕੈਫੇ ਕਿੰਨ ਚਲਾਨੀ ਆ। ਸਾਰੀ ਗੱਲਬਾਤ ਤੁਸੀਂ ਸੁਣੀ। ਫੈਸਲਾ ਹੁਣ ਸਾਡੇ ਜਿਹੜੇ ਆਲਾ ਅਦਲੀਆ ਵਾ, ਸਾਡੇ ਜਿਹੜੇ ਉੱਤੇ ਅਫਸਰ ਬੈਠੇ ਆ, ਉਹ ਕਰਦੇ ਵਾ ਜਾਂ ਨਹੀਂ ਕਰਦੇ, ਇਸ ਬੰਦੇ ਨੂੰ ਸਜ਼ਾ ਮਿਲਦੀ ਜਾਂ ਨਹੀਂ ਮਿਲਦੀ, ਅਸੀਂ ਇਹ ਵੇਖਾਂਗੇ। ਬਾਕੀ ਜਿਹੜਾ ਵਾਕਿਆ ਸੀ ਨਾ ਬੜਾ ਹੀ ਅਫਸੋਸਨਾਕ ਸੀ।